हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਲਾਜ਼ਮੀ ਦੇ ਲਈ BA ਸਮੈਸਟਰ ਫਸਟ ਦੇ ਲਈ ਪੰਜਾਬੀ ਲਾਜ਼ਮੀ ਦਾ ਜਿਹੜਾ ਕਿ ਟੌਪਿਕ ਹੈ ਪੈਰਾ ਰਚਨਾ ਕੀ ਹੁੰਦਾ ਹੈ। ਠੀਕ ਹੈ, ਪੈਰਾ ਕੀ ਹੁੰਦਾ ਹੈ, ਇਸ ਦੀ ਪਰਿਭਾਸ਼ਾ ਤੇ ਇਸ ਦੇ ਤੱਤ ਲਿਖਾਂਗੇ ਆਪਾਂ। ਸੋ ਇਹ ਆਪਾਂ ਕੁਐਸਚਨ ਕਰਾਂਗੇ। ਵੈਸੇ ਆਪਾਂ ਆਲਰੇਡੀ ਕਾਫੀ ਕੁਐਸਚਨਸ ਅਪਲੋਡ ਕੀਤੇ ਹੋਏ ਨੇ ਵੀ ਮਿਡਲ ਕੀ ਹੈ, ਖਬਰ ਕੀ ਹੈ, ਠੀਕ ਹੈ, ਪ੍ਰੈਸ ਰਿਪੋਰਟ ਕੀ ਹੈ। ਤੁਸੀਂ ਉਹ ਵੀਡੀਓਜ਼ ਨੂੰ ਵੀ ਜ਼ਰੂਰ ਵਾਚ ਕਰੋ। ਤੇ ਆਪਾਂ ਹੁਣ ਜਿਹੜੇ ਕਿ ਕੁਝ ਟੌਪਿਕਸ ਜਿਹੜੇ ਰਹਿੰਦੇ ਸੀ ਆਪਾਂ ਉਹ ਕਰ ਰਹੇ ਹਾਂ, ਕਿਉਂਕਿ ਡਿਮਾਂਡ ਕਰ ਰਹੇ ਸੀ ਸਟੂਡੈਂਟਸ ਕਿ ਪੈਰਾ ਕੀ ਹੁੰਦਾ ਹੈ ਇਹ ਵੀ ਕਰਵਾਇਆ ਜਾਵੇ। ਸੋ ਆਪਾਂ ਇਹ ਵੀ ਕਰਵਾ ਰਹੇ ਹਾਂ। ਠੀਕ ਹੈ, ਹਾਂਜੀ। ਸਭ ਤੋਂ ਪਹਿਲਾਂ ਆਪਾਂ ਜਾਣ ਪਛਾਣ ਦੇਵਾਂਗੇ। ਜਾਣ ਪਛਾਣ ਤੇ ਸਟੂਡੈਂਟਸ ਜਿਹੜਾ ਹੈਡਿੰਗਸ ਵਾਲਾ ਹੁੰਦਾ, ਹਮੇਸ਼ਾ ਹੈਡਿੰਗਸ ਨੂੰ ਯਾਦ ਕਰਨ ਦਾ ਢੰਗ ਸਭ ਤੋਂ ਪਹਿਲਾਂ ਇਹੀ ਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਕਿ ਹੈਡਿੰਗਸ ਯਾਦ ਕਰਿਆ ਕਰੋ। ਠੀਕ ਹੈ, ਹਾਂਜੀ। ਸਭ ਤੋਂ ਪਹਿਲਾਂ ਆਪਾਂ ਜਾਣ ਪਛਾਣ ਕਰਦੇ ਹਾਂ। ਪੈਰਾ ਤੁਹਾਨੂੰ ਯਾਦ ਹੋਣਾ ਕਿ ਤੁਸੀਂ +1 ਦੇ ਵਿੱਚ ਪੰਜਾਬੀ ਲਾਜ਼ਮੀ ਦੇ ਵਿੱਚ ਹੁੰਦਾ ਸੀ ਪੈਰਾ ਰਚਨਾ, ਹੈ ਨਾ। ਜਿਵੇਂ ਸਕੂਲ ਦੀ ਸਫਾਈ ਬਾਰੇ ਲਿਖੋ, ਜਾਂ ਜਿਹੜੇ ਕਿ ਚੰਗੀ ਬੋਲ ਚਾਲ ਕੀ ਹੈ, ਲਾਇਬ੍ਰੇਰੀ ਦੇ ਵਿੱਚ ਜਾਣਾ, ਪ੍ਰੀਖਿਆ ਤੋਂ ਕੁਛ ਸਮਾਂ ਪਹਿਲਾਂ। ਠੀਕ ਆ, ਉਹ ਸਾਰੇ ਕੀ ਹੁੰਦੇ ਨੇ, ਪੈਰਾ ਰਚਨਾ ਹੁੰਦੇ ਨੇ, ਸੰਖੇਪ ਦੇ ਵਿੱਚ ਜਿਹੜਾ ਤੁਹਾਨੂੰ ਦਿੱਤਾ ਵਾ ਹੁੰਦਾ। ਠੀਕ ਹੈ, ਤੇ ਉਹ ਜਿਹੜਾ ਤੁਸੀਂ ਲਿਖਦੇ ਸੀ ਉਹ ਹੁਣ ਆਪਾਂ ਨੇ ਦੱਸਣਾ ਵੀ ਹੁੰਦਾ ਕੀ ਹੈ। ਹੁਣ ਇੱਥੇ ਆਪਣਾ ਕੁਐਸਚਨ ਇਹ ਕਿ ਹੁੰਦਾ ਕੀ ਹੈ ਇਹ। ਠੀਕ ਹੈ, ਇਹ ਤਾਂ ਤੁਹਾਨੂੰ ਇੱਕ ਮੈਂ ਉਦਾਹਰਨ ਦੱਸ ਰਹੀ ਸੀ ਵੀ ਤਾਂ ਕਿ ਤੁਹਾਨੂੰ ਯਾਦ ਰਹੇ ਕਿ ਪੈਰਾ ਰਚਨਾ ਹੁੰਦਾ ਕੀ ਹੈ। ਵੀ ਜਿਹੜਾ ਤੁਸੀਂ ਪਹਿਲਾਂ +1 ਦੇ ਵਿੱਚ ਕਰਦੇ ਹੁੰਦੇ ਸੀ ਕਿ ਤੁਹਾਨੂੰ ਕੁਛ ਟੌਪਿਕ ਦਿੱਤਾ ਜਾਂਦਾ ਸੀ, ਉਹਦੇ ਬਾਰੇ ਤੁਸੀਂ ਲਿਖਦੇ ਹੁੰਦੇ ਸੀ। ਠੀਕ ਹੈ, ਹੁਣ ਆਪਾਂ ਨੇ ਇਹ ਦੱਸਣਾ ਕਿ ਇਹ ਹੁੰਦਾ ਕੀ ਹੈ, ਆਪਾਂ ਨੇ ਇਹ ਚੀਜ਼ ਦੱਸਣੀ ਆ। ਹਾਂਜੀ, ਪੈਰਾ ਰਚਨਾ ਲਿਖਤ ਦਾ ਸਭ ਤੋਂ ਛੋਟਾ ਰੂਪ ਆ ਜਿਹਦੇ ਵਿੱਚ ਕਿਸੇ ਵਿਸ਼ੇ, ਟੌਪਿਕ, ਕਿਸੇ ਨੁਕਤੇ, ਠੀਕ ਹੈ, ਕਿਸੇ ਵਿਚਾਰ, ਕਿਸੇ ਪ੍ਰਸਥਿਤੀ, ਕਿਸੇ ਮੁੱਦੇ ਜਾਂ ਕਿਸੇ ਮਸਲੇ ਸੰਬੰਧੀ ਵਿਚਾਰ ਹੁੰਦੇ ਨੇ। ਵਿਚਾਰ ਨੂੰ ਕੁਝ ਸੰਗਠਿਤ, ਇਹ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਸੰਬੰਧੀ ਕੁਝ ਵਿਚਾਰ ਹੁੰਦੇ ਨੇ ਜਿਨ੍ਹਾਂ ਨੂੰ ਥੋੜ੍ਹੇ ਵਾਕਾਂ ਦੇ ਵਿੱਚ ਪੇਸ਼ ਕੀਤਾ ਜਾਂਦਾ। ਪੈਰਾ ਰਚਨਾ ਲਿਖਤ ਦਾ ਛੋਟਾ ਰੂਪ ਹੈ ਜਿਸ ਦੇ ਵਿੱਚ ਕਿਸੇ ਨੁਕਤੇ, ਵਿਸ਼ੇ, ਟੌਪਿਕ, ਵਿਚਾਰ, ਪ੍ਰਸਥਿਤੀ, ਮੁੱਦੇ ਜਾਂ ਮਸਲੇ ਸੰਬੰਧੀ, ਠੀਕ ਹੈ, ਵਿਚਾਰ ਨੂੰ ਥੋੜ੍ਹੇ ਵਾਕਾਂ ਦੇ ਵਿੱਚ ਪੇਸ਼ ਕੀਤਾ ਜਾਂਦਾ। ਤੇ ਇਹਦੇ ਆਰੰਭ ਦੇ ਵਿੱਚ ਜਿਹੜੇ ਕਿ ਇੱਕ ਵਿਸ਼ਾ ਵਾਕ, ਉਸ ਤੋਂ ਮਗਰੋਂ ਉਹਦੇ ਸੰਬੰਧੀ ਵਿਆਖਿਆ ਹੁੰਦੀ ਹੈ। ਭਾਵ ਕਿ ਜਿਹੜਾ ਪੈਰਾ ਹੁੰਦਾ, ਸਪੋਜ਼ ਤੁਸੀਂ ਲਿਖ ਰਹੇ ਹੋ ਕਿ ਜਿਹੜੇ ਕਿ ਚੰਗੀ ਬੋਲਚਾਲ ਬਾਰੇ। ਠੀਕ ਹੈ, ਚੰਗੀ ਬੋਲਚਾਲ ਕੀ ਹੁੰਦੀ ਹੈ, ਕੋਈ ਵੀ ਤੁਸੀਂ ਐਗਜ਼ਾਮਪਲ ਸੋਚ ਸਕਦੇ ਹੋ ਆਪਣੇ ਮਾਈਂਡ 'ਚ। ਚੰਗੀ ਬੋਲਚਾਲ, ਲਾਇਬ੍ਰੇਰੀ ਜਾਣਾ, ਤੁਸੀਂ +1 ਦੇ ਵਿੱਚ ਕੀਤੇ ਹੋਣੇ, ਹੈ ਨਾ। ਸਕੂਲ ਦੀ ਸਫਾਈ, ਠੀਕ ਹੈ, ਤੇ ਸਮੇਂ ਦੀ ਪਾਬੰਦੀ, ਇਹ ਵਾਲੇ। ਤਾਂ ਤੁਸੀਂ ਜਿਵੇਂ ਹੁਣ ਇਹ ਆਪਣਾ ਟੌਪਿਕ ਦਾ ਨੇਮ ਹੈ, ਠੀਕ ਹੈ, ਇਹਦੇ ਬਾਰੇ ਇਹਦੇ ਵਿੱਚ ਪਹਿਲਾਂ ਆਪਾਂ ਮੁੱਖ ਵਾਕ ਲਿਖਾਂਗੇ ਚੰਗੀ ਬੋਲਚਾਲ ਹੁੰਦੀ ਕਿਉਂ। ਲਿਖਣ ਤੋਂ ਬਾਅਦ ਉਹਦੇ ਅੱਗੇ ਪੂਰੀ ਵਿਆਖਿਆ ਦੇਵਾਂਗੇ ਕਿ ਚੰਗੀ ਬੋਲਚਾਲ ਦੇ ਕੀ ਫਾਇਦੇ ਨੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਕੁਛ ਹੈ, ਕੀ ਕੁਆਲਿਟੀਜ਼ ਹੁੰਦੀਆਂ ਨੇ, ਇਹ ਸਾਰੀ ਚੀਜ਼ ਉਹਦੇ ਬਾਰੇ। ਮਤਲਬ ਕਿ ਪਹਿਲਾਂ ਇੱਕ ਵਿਸ਼ੇ ਦਾ ਵਾਕ ਦੇ ਕੇ, ਵਿਸ਼ੇ ਬਾਰੇ ਸ਼ੁਰੂ ਦੇ ਵਿੱਚ ਉਹਦਾ ਇੱਕ ਵਾਕ ਦੇ ਕੇ, ਉਸ ਤੋਂ ਮਗਰ ਉਹਦੀ ਪੂਰੀ ਵਿਆਖਿਆ ਹੁੰਦੀ ਹੈ। ਵਿਆਖਿਆ ਦੇ ਵਿੱਚ ਸਹਾਇਕ ਤੇ ਅੰਤ ਦੇ ਵਿੱਚ ਕੀ ਹੁੰਦੀ ਹੈ, ਇਹਦੇ ਵਿੱਚ ਸਮਾਪਤੀ ਹੁੰਦੀ ਹੈ। ਤਾਂ ਇਹ ਸਾਰੇ ਵਾਕ ਮੁੱਖ ਵਿਸ਼ੇ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਨੇ। ਜਿਹੜੇ ਇਹਦੇ ਵਿੱਚ ਆਪਾਂ ਪੈਰੇ ਦੇ ਵਿੱਚ ਹੁਣ ਆਪਾਂ ਤੁਸੀਂ ਵੇਰਵਾ ਦੇ ਰਹੇ ਹੋ, ਉਹ ਮੇਨ ਲਾਈਨਾਂ ਹੀ ਹੁੰਦੀਆਂ ਨੇ। ਠੀਕ ਹੈ, ਮੇਨ ਲਾਈਨਾਂ ਹੀ ਹੁੰਦੀਆਂ ਨੇ। ਉਹ ਭਾਵ ਕਿ ਜਿਹੜਾ ਮੁੱਖ ਟੌਪਿਕ ਹੈ ਉਸ ਦੇ ਨਾਲ ਸੰਬੰਧਿਤ ਜਿਹੜੀ ਕਿ ਇਹਦੇ ਵਿੱਚ ਸਮੱਗਰੀ ਹੁੰਦੀ ਹੈ। ਆਈ ਹੋਪ ਤੁਸੀਂ ਇੱਥੋਂ ਹੁਣ ਸਮਝ ਗਏ ਹੋਵੋਗੇ ਕਿ ਪੈਰਾ ਰਚਨਾ ਹੁੰਦਾ ਕੀ ਹੈ। ਜਾਣ ਪਛਾਣ ਦੇ ਵਿੱਚ ਤੁਸੀਂ ਲਿਖਣਾ, ਫਿਰ ਤੁਸੀਂ ਲਿਖੋਗੇ ਪਰਿਭਾਸ਼ਾ। ਹਾਂਜੀ, ਪਰਿਭਾਸ਼ਾ ਦੇ ਵਿੱਚ ਲਿਖਤ ਦਾ ਜਿਹੜਾ ਰੂਪ 7 ਜਾਂ 10 ਵਾਕਾਂ ਦੇ ਵਿੱਚ ਸੰਪੂਰਨ ਕੀਤਾ ਜਾਂਦਾ। ਵੀ ਲਿਖਤ ਰਚਨਾ ਦਾ ਜਿਹੜਾ ਰੂਪ ਸਿਰਫ 7 ਜਾਂ 10 ਵਾਕਾਂ ਦੇ ਵਿੱਚ ਪੂਰਾ ਹੋ ਜਾਵੇ। ਠੀਕ ਹੈ, ਕਿਉਂਕਿ ਤੁਸੀਂ ਜਿਹੜਾ ਪੈਰਾ ਰਚਨਾ ਹੁੰਦਾ ਸੀ ਉਹ ਬਹੁਤ ਥੋੜ੍ਹਾ ਜਿਹੀ ਇੰਨਾ ਕਿ ਲਿਖਣ ਨੂੰ ਕਿਹਾ ਜਾਂਦਾ ਹੁੰਦਾ ਸੀ, ਹੈ ਨਾ। ਤਾਂ ਇਹ ਕਿੰਨਾ ਕੁ ਹੁੰਦਾ, ਆਪਾਂ ਕਹਿ ਸਕਦੇ ਕਿ 7 ਤੋਂ 10 ਵਾਕਾਂ ਦੇ ਵਿੱਚ। ਠੀਕ ਹੈ, 10 ਵਾਕਾਂ ਦੇ ਵਿੱਚ ਸੰਪੂਰਨ ਕੀਤਾ ਹੁੰਦਾ ਤੇ ਉਹਨੂੰ ਆਪਾਂ ਪੈਰਾ ਕਹਿੰਦੇ ਹਾਂ। ਤੇ ਇਹਦੇ ਵਿੱਚ ਜਿਹੜੇ ਕਿ ਤੱਤ ਜਾਂ ਭਾਗ ਹੇਠ ਲਿਖੇ ਹੁੰਦੇ ਨੇ। ਦੇਖੋ ਐਵੇਂ ਹੁੰਦਾ ਪੈਰਾ ਰਚਨਾ। ਠੀਕ ਹੈ, ਪੈਰਾ ਰਚਨਾ ਜਿਵੇਂ ਇੱਥੇ ਸਮੇਂ ਦੀ ਪਾਬੰਦੀ ਹੈ, ਅੱਗੇ ਜੀਵਨ ਦੀ ਸੇਧ ਹੈ, ਖੂਨਦਾਨ, ਐਵੇਂ ਇਹ ਵਾਲੇ ਸਾਰੇ। ਠੀਕ ਹੈ, ਇਹ ਹੁੰਦੇ ਨੇ ਪੈਰਾ ਰਚਨਾ। ਤੇ ਇਹਦੇ ਵਿੱਚ 10 ਵਾਕਾਂ ਤੋਂ ਅੱਗੇ ਵੀ ਲਾਈਨਾਂ ਜਿਹੜੇ ਕਿ ਹੋ ਸਕਦੀਆਂ ਹੁੰਦੀਆਂ ਨੇ। ਭਾਵ ਕਿ ਇਹਦਾ ਬਸ ਥੋੜੇ ਰੂਪ ਦੇ ਵਿੱਚ ਆਪਾਂ ਨੇ ਇਹਦਾ ਜਿਹੜੇ ਕਿ ਥੋੜੇ ਵਾਕਾਂ ਦੇ ਵਿੱਚ ਇਹਨੂੰ ਆਪਾਂ ਨੇ ਖਤਮ ਕਰਨਾ ਹੁੰਦਾ, ਸਮਾਪਤ ਕਰਨਾ ਹੁੰਦਾ। ਜ਼ਿਆਦਾ ਵੇਰਵਾ ਦੇ ਵਿੱਚ ਨਹੀਂ ਹੁੰਦਾ। ਅੱਗੇ ਹੈਗੇ ਹੁਣ ਇਹਦੇ ਵਿੱਚ ਤੱਤ ਜਾਂ ਇਹਦੇ ਭਾਗ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਵਿਸ਼ਾ ਵਾਕ ਹੁੰਦਾ ਇਹਦੇ ਵਿੱਚ ਜਿਹੜੇ ਕਿ ਵਿਸ਼ਾ ਵਾਕ ਹੁੰਦਾ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਕਿ ਸਹਾਇਕ ਵਾਕ ਹੁੰਦਾ, ਤੇ ਥਰਡ ਇਹਦੇ ਵਿੱਚ ਹੁੰਦਾ ਅੰਤਿਮ ਜਾਂ ਸਮਾਪਤੀ ਵਾਕ। ਠੀਕ ਹੈ,
ਸਭ ਤੋਂ ਪਹਿਲਾਂ ਵਿਸ਼ਾ ਵਾਕ। ਵਿਸ਼ਾ ਵਾਕ ਕੀ ਹੁੰਦਾ? ਪੈਰੇ ਦੇ ਪਹਿਲੇ ਵਾਕ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ? ਵਿਸ਼ਾ ਵਾਕ। ਕਿਉਂਕਿ ਪਹਿਲੇ ਵਾਕ ਦੇ ਵਿੱਚ ਹੀ, ਪਹਿਲੀ ਲਾਈਨ ਦੇ ਵਿੱਚ ਹੀ ਵਿਸ਼ੇ ਜਾਂ ਟੌਪਿਕ ਦਾ ਜ਼ਿਕਰ ਹੁੰਦਾ। ਜਿਵੇਂ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦੇ ਵਿੱਚ ਰੂਪ ਦੇ ਵਿੱਚ ਦਿਖਾਇਆ ਸੀ ਕਿ ਸਮੇਂ ਦੀ ਪਾਬੰਦੀ ਹੈ ਨਾ, ਉਹਦੀ ਪਹਿਲੀ ਲਾਈਨ ਦੇ ਵਿੱਚ ਹੀ ਲਿਖਿਆ ਵਾ ਹੁੰਦਾ, ਤੁਸੀਂ ਦੇਖ ਸਕਦੇ ਹੋ। ਦੇਖੋ ਪਹਿਲੀ ਲਾਈਨ 'ਚ ਲਿਖਿਆ ਹੋਇਆ ਟੌਪਿਕ ਕੀ ਹੈ? ਸਮੇਂ ਦੀ ਪਾਬੰਦੀ, ਵਕਤ ਦੀ ਪਾਬੰਦੀ। ਇਹਦੀ ਪਹਿਲੀ ਲਾਈਨ 'ਚ ਲਿਖਿਆ ਹੋਇਆ ਮਨੁੱਖੀ ਜੀਵਨ ਵਿੱਚ ਸਫਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਨਿਯਮ ਹੈ ਸਮੇਂ ਦਾ ਪਾਬੰਦ ਹੋਣਾ। ਇੱਥੋਂ ਹੀ ਪਤਾ ਲੱਗ ਰਿਹਾ ਕਿ ਤੁਹਾਨੂੰ, ਅਗਰ ਤੁਸੀਂ ਇਹ ਟੌਪਿਕ ਉੱਪਰ ਉਹਦਾ ਹੈਡਿੰਗ ਨਹੀਂ ਵੀ ਦੇਖਿਆ, ਇੱਥੋਂ ਹੀ ਪਤਾ ਲੱਗ ਰਿਹਾ ਕਿ ਕਿਹਦੇ ਬਾਰੇ ਇਹ ਸਮੇਂ ਦੇ ਪਾਬੰਦ ਹੋਣ ਬਾਰੇ ਹੈ। ਠੀਕ ਹੈ, ਮਤਲਬ ਕਿ ਪਹਿਲੇ ਵਾਕ ਦੇ ਵਿੱਚ ਹੀ ਟੌਪਿਕ ਦਾ ਜ਼ਿਕਰ ਹੋ ਜਾਂਦਾ ਕਿ ਇਹ ਟੌਪਿਕ ਹੈ ਕਾਹਦੇ ਬਾਰੇ। ਠੀਕ ਹੈ, ਤੇ ਇਸ ਨੂੰ ਫਿਰ ਪੈਰੇ ਵਿਚਲੇ ਜਿਹੜੇ ਕਿ ਸ਼ੁਰੂ ਵਾਲੇ ਵਾਕ, ਜਿਹੜੇ ਭਾਵ ਕਿ ਆਪਾਂ ਕਹਿ ਸਕਦੇ ਕਿ ਪੈਰੇ ਦੇ ਜਿਹੜੇ ਪਹਿਲੇ ਵਾਕ ਨੇ, ਸ਼ੁਰੂ ਵਾਲੇ ਵਾਕ ਨੇ, ਇਹਨਾਂ ਨੂੰ ਆਪਾਂ ਹੁੱਕ ਜਾਂ ਕਿੱਲੀ ਦੀ ਤਰ੍ਹਾਂ ਕਹਿ ਸਕਦੇ ਹਾਂ। ਹੁੱਕ ਕਿਵੇਂ? ਭਾਵ ਕਿ ਜਿਵੇਂ ਆਪਾਂ ਕੋਈ ਹੁੱਕ ਲਾਉਂਦੇ ਹਾਂ, ਜਿਵੇਂ ਆਪਾਂ ਟਰੈਕਟਰ ਦੇ ਵਿੱਚ ਜਿਹੜੀ ਕਿ ਟਰੈਲੀ ਪਾਉਂਦੇ ਹਾਂ, ਤਾਂ ਉਹਦੇ ਇੱਕ ਹੁੱਕ ਦੇ ਰੂਪ ਦੇ ਵਿੱਚ ਜਿਹੜੇ ਕਿ ਅੱਗੇ ਉਹਦੇ ਵਿੱਚ ਆਪਾਂ ਟਰੈਕਟਰ ਦੇ ਨਾਲ ਜਿਹੜੀ ਕਿ ਟਰੈਲੀ ਜੋੜਦੇ ਹਾਂ, ਐਵੇਂ ਹੀ ਇੱਕ ਹੁੱਕ ਦੀ ਤਰ੍ਹਾਂ, ਕਿੱਲ ਦੀ ਤਰ੍ਹਾਂ ਜਿਹੜੇ ਕਿ ਇਹਦੇ ਵਿੱਚ ਪੈਰਾ ਰਚਨਾ ਦੇ ਵਿੱਚ ਜਿਹੜਾ ਪਹਿਲਾ ਵਾਕ ਹੁੰਦਾ, ਉਹਦੇ ਤੋਂ ਇਸ ਪਹਿਲੇ ਵਾਕ ਤੋਂ ਜਿਹੜੇ ਬਾਕੀ ਵਾਕ ਇਹਦੇ ਨਾਲ ਜਿਹੜੇ ਕਿ ਜੁੜੇ ਹੋਏ ਹੁੰਦੇ ਨੇ। ਠੀਕ ਹੈ, ਬਾਕੀ ਵਾਕ ਇਸੇ ਪਹਿਲੇ ਵਾਕ ਦੇ ਨਾਲ ਸੰਬੰਧਿਤ ਹੁੰਦੇ ਨੇ। ਤੇ ਪਹਿਲਾ ਵਾਕ ਕਿਹਦੇ ਨਾਲ ਸੰਬੰਧਿਤ ਹੁੰਦਾ? ਟੌਪਿਕ ਦੇ ਨਾਲ। ਜਿਹੜਾ ਟੌਪਿਕ ਹੈ, ਮਤਲਬ ਕਿ ਟੌਪਿਕ ਦੇ ਨਾਲ ਸੰਬੰਧਿਤ ਹੁੰਦਾ ਪਹਿਲਾ ਵਾਕ, ਤੇ ਪਹਿਲੇ ਵਾਕ ਦੇ ਨਾਲ ਸੰਬੰਧਿਤ ਹੁੰਦੇ ਨੇ ਬਾਕੀ ਸਾਰੇ ਵਾਕ। ਜਿਸ ਕਰਕੇ ਆਪਾਂ ਇਹਨੂੰ ਕਹਿ ਸਕਦੇ ਕਿ ਇਹ ਪਹਿਲਾ ਜਿਹੜਾ ਵਾਕ ਉਹ ਹੁੱਕ ਜਾਂ ਇੱਕ ਕਿੱਲੀ ਦੀ ਤਰ੍ਹਾਂ ਕੰਮ ਕਰਦਾ, ਤੇ ਜਿਸ ਉੱਤੇ ਲੇਖਕ ਜਾਂ ਪਾਠਕ ਦਾ ਸਾਰਾ ਧਿਆਨ ਕੇਂਦਰਿਤ ਹੁੰਦਾ। ਪਹਿਲੇ ਵਾਕ ਤੋਂ ਹੀ ਤੁਹਾਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਇਹ ਪੈਰਾ ਹੈ ਕਿਸ ਬਾਰੇ। ਫਿਰ ਤੁਹਾਡੇ ਮਨ ਦੇ ਵਿੱਚ ਕਿਉਰਿਓਸਿਟੀ ਪੈਦਾ ਹੁੰਦੀ ਹੈ ਕਿ ਤੁਸੀਂ ਇਹਨੂੰ ਰੀਡ ਕਰੋ। ਮਤਲਬ ਕਿ ਇੱਕ ਅਟਰੈਕਟ ਕਰਦਾ ਪਹਿਲਾ ਵਾਕ ਹੀ ਜਿਹੜੇ ਕਿ ਪੜ੍ਹਨ ਵਾਲੇ ਪਾਠਕ ਨੂੰ ਆਪਣੇ ਵੱਲ ਜਿਹੜੇ ਕਿ ਅਟਰੈਕਟਿਵ ਕਰਦਾ। ਠੀਕ ਹੈ, ਤੇ ਇਹਦੇ ਵਿੱਚ ਪਹਿਲੇ ਦੇ ਵਿੱਚ ਹੀ ਪਹਿਲਾ ਜਿਹੜਾ ਵਿਸ਼ਾ ਵਾਕ ਹੈ, ਇਸ ਦੇ ਵਿੱਚ ਜਿਹੜੇ ਕਿ ਸ਼ਬਦ ਬਹੁਤ ਹੀ ਸਾਰਥਕ ਹੋਣੇ ਚਾਹੀਦੇ ਨੇ, ਸੁਝਾਊ ਹੁੰਦੇ ਨੇ ਤੇ ਪ੍ਰਭਾਵਸ਼ਾਲੀ ਹੁੰਦੇ ਨੇ, ਤਾਂ ਹੀ ਪੈਰੇ ਨੂੰ ਪੜ੍ਹਨ ਲਈ ਜਿਹੜੇ ਕਿ ਪਾਠਕ ਨੂੰ ਖਿੱਚਿਆ ਜਾ ਸਕਦਾ। ਭਾਵ ਕਿ ਜੇ ਸੁਝਾਊ ਤੇ ਪ੍ਰਭਾਵਸ਼ਾਲੀ ਸ਼ਬਦ ਜਿਹੜੇ ਕਿ ਯੂਜ਼ ਹੋਣਗੇ ਪੈਰੇ ਦੇ ਪਹਿਲੇ ਵਾਕ ਦੇ ਵਿੱਚ ਹੀ, ਠੀਕ ਹੈ, ਵਿਸ਼ੇ ਵਾਕ ਦੇ ਵਿੱਚ, ਤਾਂ ਉਹਨੂੰ ਪੜ੍ਹਨ ਲਈ ਜਿਹੜੇ ਕਿ ਪਾਠਕ ਉਤਸੁਕ ਹੋਣਗੇ। ਠੀਕ ਹੈ, ਤੇ ਇਹਦੇ ਵਿੱਚ ਕੀ ਕਿਹਾ ਗਿਆ ਹੈ, ਕਿਵੇਂ ਕਿਹਾ ਗਿਆ ਹੈ, ਇਸ ਬਾਰੇ ਪੂਰਾ ਵਰਣਨ ਕੀਤਾ ਵਾ ਹੁੰਦਾ ਪਹਿਲੇ ਵਾਕ ਦੇ ਵਿੱਚ ਹੀ। ਅਗਲਾ ਹੈਡਿੰਗ ਹੈਗਾ ਸੈਕਿੰਡ, ਜਿਹੜਾ ਮੁੱਖ ਤੱਤ ਜਾਂ ਭਾਗ ਹੈਗਾ ਸਹਾਇਕ ਵਾਕ। ਅਗਲਾ ਹੈਡਿੰਗ ਹੈਗਾ ਸਹਾਇਕ ਵਾਕ। ਤਿੰਨ ਇਹਦੇ ਹੈਡਿੰਗ ਨੇ। ਪਹਿਲਾ ਜਿਹੜਾ ਕਿ ਵਿਸ਼ਾ ਵਾਕ, ਫਿਰ ਹੈਗਾ ਪਹਿਲਾ ਸੀ ਵਿਸ਼ਾ ਵਾਕ, ਫਿਰ ਸਹਾਇਕ ਵਾਕ, ਫਿਰ ਹੈਗਾ ਅੰਤਿਮ ਵਾਕ। ਹਾਂਜੀ, ਸਹਾਇਕ ਵਾਕ ਜਿਹੜਾ ਕਿ ਪਹਿਲਾ ਵਾਕ ਹੁੰਦਾ ਉਹਦੇ ਹੀ ਰਿਲੇਟਡ ਜਿਹੜੇ ਕਿ ਇਹਦੇ ਵਿੱਚ ਵਿਆਖਿਆ ਹੁੰਦੀ ਆ। ਠੀਕ ਹੈ, ਇਹਨਾਂ ਦੇ ਵਿੱਚ ਮੁੱਖ ਵਿਸ਼ੇ ਦੀ ਵਿਆਖਿਆ ਤੇ ਉਹਨੂੰ ਸਪਸ਼ਟ ਕਰਨ ਦੇ ਵਿੱਚ ਸਹਾਇਤਾ ਕਰਨ ਵਾਲੇ ਜਿਹੜੇ ਕਿ ਵਾਕ ਹੁੰਦੇ ਨੇ। ਭਾਵ ਕਿ ਸਹਾਇਕ ਵਾਕ ਆ ਜਿਹੜਾ ਕਿ ਮੁੱਖ ਵਾਕ ਲਿਖਿਆ ਗਿਆ ਸੀ ਉਹਦੇ ਬਾਰੇ ਪੂਰੀ ਇਹਦੇ ਵਿੱਚ ਡਿਟੇਲ 'ਚ ਜਿਹੜੀ ਕਿ ਵਿਆਖਿਆ ਸੰਖੇਪ ਦੇ ਵਿੱਚ ਸਮਝਾਈ ਵੀ ਹੁੰਦੀ ਹੈ। ਠੀਕ ਹੈ, ਤੇ ਹਰ ਇੱਕ ਵਾਕ ਸਿੱਧੇ ਤੌਰ ਤੇ ਮੁੱਖ ਵਿਸ਼ੇ ਨਾਲ ਸੰਬੰਧ ਰੱਖਣ ਵਾਲਾ, ਤੇ ਉਸ ਉੱਤੇ ਪ੍ਰਕਾਸ਼ ਪਾਉਣ ਵਾਲਾ, ਤੇ ਉਸ ਨੂੰ ਸਥਾਨ ਦੇਣ ਵਾਲਾ, ਤੇ ਉਸ ਦੀ ਪ੍ਰੋੜਤਾ, ਉਸ ਨੂੰ ਜਿਹੜੇ ਕਿ ਉਹਨੂੰ ਪ੍ਰਗਟ ਕਰਨ ਵਾਲਾ, ਉਹਨੂੰ ਪਰਖ ਕਰਨ ਵਾਲਾ, ਤੇ ਉਸ ਵਿਚਲੇ ਵਿਚਾਰ ਦੇ ਉਸਾਰੀ ਕਰਨ ਵਾਲਾ ਹੁੰਦਾ। ਠੀਕ ਹੈ, ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿ ਸਹਾਇਕ ਵਾਕ ਦੇ ਵਿੱਚ ਮੁੱਖ ਵਾਕ ਨਾਲ ਜਿਹੜੇ ਕਿ ਸੰਬੰਧ ਰੱਖਣ ਵਾਲੇ ਤੇ ਉਸ ਉੱਤੇ ਪ੍ਰਕਾਸ਼ ਪਾਉਣ ਵਾਲੇ, ਠੀਕ ਹੈ, ਤੇ ਉਸ ਦੇ ਵਿਚਾਰਾਂ ਦੀ ਉਸਾਰੀ ਕਰਨ ਵਾਲੇ ਜਿਹੜੇ ਕਿ ਵਾਕ ਹੁੰਦੇ ਨੇ। ਤੇ ਪੈਰੇ ਦੇ ਇਸ ਹਿੱਸੇ ਦੇ, ਠੀਕ ਹੈ, ਵਾਕਾਂ ਦੇ ਵਿੱਚ ਵਿਚਾਰਾਂ ਦੀ ਭਾਵ ਏਕਤਾ ਦਾ ਪ੍ਰਭਾਵ ਬਹੁਤ ਜ਼ਰੂਰੀ ਹੈ। ਭਾਵ ਕਿ ਇਹ ਇੱਕੋ ਦੂਜੇ ਦੇ ਨਾਲ ਜਿਹੜੇ ਕਿ ਰਿਲੇਟਡ ਹੋਣੇ ਚਾਹੀਦੇ ਨੇ, ਜਿਹੜੇ ਕਿ ਸਹਾਇਕ ਵਾਕ ਯੂਜ਼ ਕੀਤੇ ਜਾਣ ਮੁੱਖ ਵਾਕ ਦੇ ਨਾਲ ਰਿਲੇਟਡ। ਤੇ ਮੁੱਖ ਵਿਸ਼ਾ ਕਿਹਦੇ ਨਾਲ ਰਿਲੇਟਡ ਹੁੰਦਾ? ਟੌਪਿਕ ਦੇ ਨਾਲ। ਭਾਵ ਕਿ ਜਿਹੜਾ ਕਿ ਜੋ ਵੀ ਜਿਸ ਟੌਪਿਕ ਤੇ ਵੀ ਪੈਰਾ ਰਚਨਾ ਹੁੰਦੀ ਆ ਉਸੇ ਨਾਲ ਹੀ ਰਿਲੇਟਡ ਇਹਦੇ ਵਿੱਚ ਮਟੀਰੀਅਲ ਹੁੰਦਾ, ਐਕਸਟਰਾ ਉਹਦੇ ਵਿੱਚ ਕੁਝ ਵੀ ਯੂਜ਼ ਨਹੀਂ ਕੀਤਾ ਜਾਂਦਾ ਹੁੰਦਾ। ਤੇ ਇਸ ਦੇ ਵਿੱਚ ਪੈਰਾ ਜਿਹੜੇ ਕਿ ਜੇ ਇਸ ਦੇ ਵਿੱਚ ਪ੍ਰਭਾਵ ਦੀ ਏਕਤਾ ਨਹੀਂ ਬਣੂਗੀ, ਵਿਚਾਰਾਂ ਦੀ ਅਰਥਹੀਨਤਾ ਹੋ ਜੂਗੀ। ਭਾਵ ਕਿ ਜੇ ਇਹਦੇ ਵਿੱਚ ਵਿਚਾਰ ਆ ਜਿਹੜੇ ਕਿ ਟੌਪਿਕ ਨਾਲ ਰਿਲੇਟਡ ਨਹੀਂ ਹੋਣਗੇ ਤਾਂ ਪੈਰਾ ਜਿਹੜੇ ਕਿ ਠੁੱਕਦਾਰ, ਭਾਵ ਕਿ ਵਧੀਆ ਨਹੀਂ ਬਣਦਾ। ਠੀਕ ਹੈ, ਤਾਂ ਪੈਰਾ ਪ੍ਰਭਾਵਸ਼ਾਲੀ ਨਹੀਂ ਬਣਦਾ। ਤੇ ਇਹਦੇ ਵਿੱਚ ਅੰਕੜਿਆਂ, ਉਦਾਹਰਨਾਂ, ਦ੍ਰਿਸ਼ਟਾਂਤਾਂ, ਠੀਕ ਆ, ਪ੍ਰਕਿਰਿਆਵਾਂ, ਤੁਲਾਤਮਕ ਤੇ ਮੁਕਾਬਲਾ, ਕਾਰਨ ਤੇ ਪ੍ਰਭਾਵ, ਵਰਗੀਕਰਨ, ਵਿਸ਼ਲੇਸ਼ਣ, ਪਰਿਭਾਸ਼ਾ ਤੇ ਸਮਾਨਤਾ ਦਰਸਾਉਂਦੀਆਂ ਵਿਧੀਆਂ ਦੀ ਵਰਤੋਂ ਕਰਕੇ ਵਿਚਾਰ ਦੇ ਵਿੱਚ ਵਧੇਰੇ ਵਿਸਥਾਰ ਤੇ ਸਪਸ਼ਟਤਾ ਪੈਦਾ ਕੀਤੀ ਜਾ ਸਕਦੀ ਹੈ।
ਮਤਲਬ ਕਿ ਜੇ ਆਪਾਂ ਨੇ ਪੈਰਾ ਰਚਨਾ ਕਰਨਾ ਹੈ ਤਾਂ ਉਹਦੇ ਵਿੱਚ ਤੁਸੀਂ ਉਦਾਹਰਨਾਂ ਵੀ ਲਿਖ ਸਕਦੇ ਹੋ, ਥੋੜ੍ਹੀਆਂ ਬਹੁਤੀਆਂ ਉਦਾਹਰਨਾਂ, ਠੀਕ ਹੈ। ਜਿਵੇਂ ਤੁਸੀਂ ਖੂਨਦਾਨ ਦਾ ਟੌਪਿਕ ਦੇਣਾ, ਖੂਨਦਾਨ ਦੇ ਜਿਹੜੇ ਕਿ ਆਪਾਂ ਨੂੰ ਕਿਉਂ ਖੂਨਦਾਨ ਦੇਣਾ ਚਾਹੀਦਾ, ਉਹਦੇ ਕੀ ਲਾਭ ਨੇ, ਵੀ ਜੇ ਆਪਾਂ ਖੂਨਦਾਨ ਦੇਵਾਂਗੇ ਤਾਂ ਇਹ ਮਾਨਵਤਾ ਦੀ ਸਭ ਤੋਂ ਵੱਡਾ ਦਾਨ ਹੈ, ਠੀਕ ਹੈ। ਤਾਂ ਇਹਦੇ ਨਾਲ ਕੀ ਹੋਊਗਾ ਵੀ ਅਗਰ ਕੋਈ ਜ਼ਖਮੀ ਵਿਅਕਤੀ ਹੈ ਤਾਂ ਉਹ ਮੌਤ ਦੇ ਕਿਨਾਰੇ 'ਤੇ, ਅਗਰ ਤੁਹਾਡਾ ਖੂਨ ਜਿਹੜਾ ਕਿ ਦਿੱਤਾ ਹੋਇਆ ਉਹਨੂੰ ਮਿਲ ਜਾਊਗਾ ਤਾਂ ਉਹਦੀ ਜਿਹੜੀ ਕਿ ਜ਼ਿੰਦਗੀ ਉਹਨੂੰ ਦੁਬਾਰਾ ਮਿਲ ਸਕਦੀ ਹੈ, ਠੀਕ ਹੈ। ਭਾਵ ਕਿ ਇਹਦੇ ਇਹ ਪ੍ਰਭਾਵ ਉਹ ਸਭ ਤੁਸੀਂ ਸਾਰਾ ਉਹਦੇ ਵਿੱਚ ਉਦਾਹਰਨਾਂ ਦੇ ਸਹਾਇਤਾ ਜਿਹੜੇ ਕਿ ਪੈਰੇ ਦੇ ਵਿੱਚ ਵਰਣਨ ਕਰ ਸਕਦੇ ਹੁੰਦੇ, ਬਟ ਉਹਦਾ ਜਿਹੜਾ ਕਿ ਆਕਾਰ ਹੈ, ਪੈਰਾ ਰਚਨਾ ਦਾ ਆਕਾਰ ਛੋਟਾ ਹੁੰਦਾ, ਠੀਕ ਹੈ। ਤਾਂ ਇਹਦੇ ਨਾਲ ਜਿਹੜੇ ਕਿ ਟੌਪਿਕਤਾ ਦੇ ਵਿੱਚ ਵਿਸਥਾਰਤਾ ਆ ਜੂਗੀ ਅਤੇ ਸਪਸ਼ਟਤਾ ਪੈਦਾ ਹੋ ਜੂਗੀ। ਅਤੇ ਇਸ ਦੇ ਵਿੱਚ ਕੀ, ਕੌਣ, ਕਿਉਂ, ਕਿੱਥੇ, ਕਦੋਂ, ਕਿੱਦਾਂ, ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਮੌਜੂਦ ਹੁੰਦੇ ਨੇ, ਠੀਕ ਹੈ। ਵੀ ਜਿਹੜਾ ਜਿਹੜਾ ਕਿ ਟੌਪਿਕ ਹੁੰਦਾ ਇਹਦੇ ਵਿੱਚ ਸਹਾਇਕ ਵਾਕ, ਹੁਣ ਸਹਾਇਕ ਵਾਕ ਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਕੀ ਹੈ ਵਿਸ਼ਾ, ਕੌਣ ਹੈ, ਕਿਉਂ ਹੈ, ਕਿੱਥੇ ਹੈ, ਕਦੋਂ ਹੈ, ਕਿੱਦਾਂ, ਇਹ ਸਾਰੇ ਜਿਹੜੇ ਕਿ ਕੱਕਿਆਂ ਦੇ ਇਹਨਾਂ ਦੇ ਵਿੱਚ ਉੱਤਰ ਹੁੰਦੇ ਨੇ। ਅਗਲਾ ਹੈਗਾ ਅੰਤਿਮ ਵਾਕ। ਅੰਤਿਮ ਵਾਕ ਨੂੰ ਆਪਾਂ ਕੀ ਕਹਿ ਸਕਦੇ ਹਾਂ, ਸਮਾਪਨ ਜਾਂ ਸਮਾਪਤੀ ਵਾਕ ਕਿਹਾ ਜਾਂਦਾ। ਇਹਦੇ ਵਿੱਚ ਸਾਰੀ ਜਿਹੜੀ ਆਪਾਂ ਵਿਸ਼ਾ ਸਮੱਗਰੀ ਉੱਪਰ ਹੁੰਦੀ ਹੈ ਉਹਦਾ ਨਿਚੋੜ ਦਿੱਤਾ ਜਾਂਦਾ, ਠੀਕ ਹੈ। ਉਹਦਾ ਨਿਚੋੜ ਭਾਵ ਕਿ ਐਂਡ ਦੇ ਵਿੱਚ ਜਿਵੇਂ ਆਪਾਂ ਗੱਲ ਕਹਿੰਦੇ ਹੁੰਦੇ ਹਾਂ ਵੀ ਐਂਡ ਦੇ ਵਿੱਚ ਜਿਵੇਂ ਤੁਸੀਂ ਕੋਈ ਪੈਰਾ ਲਿਖ ਰਹੇ ਹੋ, ਪੈਰਾ ਰਚਨਾ ਕਰ ਰਹੇ ਹੋ, ਫਿਰ ਐਂਡ ਦੇ ਵਿੱਚ ਜਿਹੜੀ ਲਾਈਨਾਂ ਹੁੰਦੀਆਂ ਨੇ ਉਹ ਕਿਵੇਂ ਕਹੀ ਜਾਂਦੀਆਂ ਨੇ, ਉਹ ਐਵੇਂ ਲਿਖੀਆਂ ਜਾਂਦੀਆਂ ਨੇ, ਮੁੱਕਦੀ ਗੱਲ ਇਹ ਹੈ ਕਿ, ਠੀਕ ਹੈ, ਜਾਂ ਸੋ ਇਹ ਠੀਕ ਹੈ, ਜਾਂ ਇਸ ਲਈ, ਇਸ ਤਰ੍ਹਾਂ, ਠੀਕ ਹੈ। ਇਹ ਸਾਰੇ ਵਾਕਾਂ ਨੂੰ ਲਿਖ ਕੇ ਜਿਹੜੇ ਕਿ ਪੈਰੇ ਦੀ ਸਮਾਪਤੀ ਹੋ ਜਾਂਦੀ ਹੈ, ਪੈਰਾ ਰਚਨਾ ਦੀ ਜਿਹੜੀ ਕਿ ਸਮਾਪਤੀ ਹੋ ਜਾਂਦੀ ਹੈ। ਅਤੇ ਇਹਨਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਭਾਵ ਕਿ ਅੰਤਿਮ ਭਾਗ ਦੇ ਵਿੱਚ ਇਹ ਜਿਹੜੇ ਕਿ ਹੁੰਦੇ ਨੇ। ਅੱਗੇ ਹੈ ਸ਼ੈਲੀ ਦੇ ਆਧਾਰ 'ਤੇ ਪੈਰਾ ਰਚਨਾ ਕਿੰਨੇ ਪ੍ਰਕਾਰ ਦੇ ਨੇ, 4 ਪ੍ਰਕਾਰ ਦੇ ਨੇ। ਕਥਾਤਮਕ, ਕਥਾ ਦੇ ਤੌਰ 'ਤੇ, ਵਰਣਾਤਮਕ ਜਿਹਦੇ ਵਿੱਚ ਵਰਣਨ ਕੀਤਾ ਜਾਂਦਾ, ਵਿਆਖਿਆ ਜਿਹਦੇ ਵਿੱਚ ਵਿਆਖਿਆ ਹੁੰਦੀ ਹੈ, ਪ੍ਰੇਰਨਾਮੀ ਜਿਹਦੇ ਵਿੱਚ ਕੁਛ ਪ੍ਰੇਰਨਾ ਦਿੱਤੀ ਜਾਂਦੀ ਹੈ, ਠੀਕ ਹੈ, ਮੋਟੀਵੇਸ਼ਨ। ਇਹ ਉਹਨਾਂ ਦੇ ਪੈਰੇ ਦੇ ਜਿਹੜੇ ਕਿ ਪੈਰਾ ਰਚਨਾ ਦੇ ਕਿਸਮਾਂ ਦੇ, ਅਤੇ ਇਹਨਾਂ ਮੁੱਖ ਕਿਸਮਾਂ ਤੋਂ ਇਲਾਵਾ ਕਈ ਵਿਦਵਾਨ ਜਿਹੜੇ ਕਿ ਹੋਰ ਕਿਸਮਾਂ ਵੀ ਮੰਨਦੇ ਨੇ। ਅਤੇ ਵਿਸ਼ੇ ਦੇ ਆਧਾਰ 'ਤੇ ਵੀ ਪੈਰਾ ਰਚਨਾ ਦੀ ਜਿਹੜੀ ਕਿ ਬਹੁਤ ਸਾਰੀਆਂ ਕਿਸਮਾਂ ਹੋ ਸਕਦੀਆਂ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪੈਰਾ ਰਚਨਾ ਜਿਹੜੇ ਕਿ ਵਿਸ਼ੇ ਦੇ ਆਧਾਰ 'ਤੇ ਇਤਿਹਾਸਿਕ ਹੈ, ਠੀਕ ਹੈ, ਇਤਿਹਾਸਿਕ ਹੈ, ਜਾਂ ਸਮਾਜਿਕ ਬੁਰਾਈਆਂ ਨੂੰ ਲੈ ਕੇ ਲਿਖਿਆ ਗਿਆ, ਜਾਂ ਆਰਥਿਕ ਸਮੱਸਿਆਵਾਂ ਨੂੰ ਲੈ ਕੇ ਲਿਖਿਆ ਗਿਆ, ਠੀਕ ਹੈ, ਜਾਂ ਕੁਛ ਰਾਜਨੀਤਿਕ ਨੂੰ ਲੈ ਕੇ ਲਿਖਿਆ ਗਿਆ। ਭਾਵ ਕਿ ਇਹਨਾਂ ਵਿਸ਼ੇ ਦੇ ਆਧਾਰ 'ਤੇ ਇਹਨਾਂ ਦੀ ਅਲੱਗ-ਅਲੱਗ ਕਿਸਮਾਂ ਹੋ ਸਕਦੀਆਂ ਨੇ। ਅਤੇ ਸੰਖੇਪ ਦੇ ਵਿੱਚ ਅਸੀਂ ਕੀ ਕਹਿ ਸਕਦੇ ਕਿ ਪੈਰਾ ਰਚਨਾ ਤੋਂ ਭਾਵਕ ਹੈ ਕਿ ਕਿਸੇ ਦਿੱਤੇ ਵਿਸ਼ੇ ਉੱਤੇ ਪੈਰੇ ਦੀ ਰਚਨਾ ਕਰਨਾ, ਵੀ ਜੇ ਤੁਹਾਨੂੰ ਕੋਈ ਟੌਪਿਕ ਦਿੱਤਾ ਹੋਇਆ ਤਾਂ ਉਹਦੀ ਰਚਨਾ ਕਰਨਾ। ਅਤੇ ਪੈਰਾ ਰਚਨਾ ਦਾ ਵਿਸ਼ਾ ਕੋਈ ਵੀ ਹੋ ਸਕਦਾ। ਅਤੇ ਪੈਰੇ ਦੀ ਚੰਗੀ ਲਿਖਤ ਦੇ ਵਿੱਚ ਗੁਣ ਜਿਹੜੇ ਕਿ ਸੰਖੇਪਤਾ, ਗਠਨ, ਤਰਤੀਬਵਾਰ ਇਹ ਹੋਣੇ ਚਾਹੀਦੇ ਨੇ। ਅਤੇ ਉਦਾਹਰਨ ਦੇ ਤੌਰ 'ਤੇ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਤਾ, ਜਿਵੇਂ ਤੁਸੀਂ ਲਿਖ ਸਕਦੇ ਹੋ ਫਿਰ ਐਂਡ ਦੇ ਵਿੱਚ ਵੀ, ਸਕੂਲ ਦੇ ਵਿੱਚ ਸਫਾਈ ਦਾ ਮਹੱਤਵ, ਇਹ ਪੈਰਾ ਰਚਨਾ ਦਾ ਟੌਪਿਕ ਹੈ। ਸਮੇਂ ਦੀ ਪਾਬੰਦੀ, ਚੰਗੀ ਬੋਲਚਾਲ, ਪ੍ਰੀਖਿਆ ਤੋਂ 5 ਮਿੰਟ ਪਹਿਲਾਂ, ਮਿਲਵਰਤਨ, ਜੀਵਨ ਸੇਧ, ਠੀਕ ਹੈ, ਜਾਂ ਜਿਹੜੇ ਕਿ ਬੱਸ ਅੱਡੇ ਦੇ ਦ੍ਰਿਸ਼ ਬਾਰੇ ਵੀ ਪੈਰਾ ਰਚਨਾ ਹੋ ਜਾਣਾ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਕਿ ਖੂਨਦਾਨ, ਇਹ ਸਾਰੇ ਇਹਨਾਂ ਦੀ ਉਦਾਹਰਨਾਂ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਸੋ ਇਹ ਸੀ ਤੁਹਾਡਾ ਟੌਪਿਕ। ਥੈਂਕਸ।